मेरे वालों सारे भैन भाइयों ਨੂੰ ਸਲਾਮ ਹੋਵੇ। ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਰ ਜਮੀਲ ਹਾਜ਼ਰ ਖਿਦਮਤ ਹੈ ਔਰ ਅੱਜ ਦੀ ਗੱਲ ਜਿਹੜੀ ਹੈ ਉਹ ਅਸੀਂ ਟਰਾਂਸਜੈਂਡਰ ਬਿੱਲ 2018 ਦੇ ਉੱਤੇ ਕਰ ਰਹੇ ਹਾਂ। ਕੁਝ ਦਿਨ ਪਹਿਲੇ ਇੱਕ ਵੀਡੀਓ ਮੇਰੀ ਨਜ਼ਰ ਚੋਂ ਗੁਜ਼ਰੀ ਹੈ ਔਰ ਉਹ ਵੀਡੀਓ ਹੈ ਚਰਚ ਆਫ ਪੈਂਟੀਕੋਸਟ ਦੇ ਇੰਚਾਰਜ ਪਾਸਟਰ ਜਨਾਬ ਜਮੀਲ ਨਾਸਰ ਸਾਹਿਬ ਦੀ। ਉਹਨਾਂ ਨੇ ਇਸ ਬਿੱਲ ਦੇ ਉੱਤੇ ਗੁਫ਼ਤਗੂ ਫਰਮਾਈ ਔਰ ਉਹਨਾਂ ਨੇ ਇਸ ਬਿੱਲ ਦੇ ਕੁਝ ਜਿਹੜੇ ਅੰਗ ਨੇ ਉਹਨਾਂ ਦੇ ਉੱਤੇ ਮੁਖਾਲਫਤ ਦੀ ਗੱਲਬਾਤ ਕੀਤੀ। ਕੁਝ ਚੀਜ਼ਾਂ ਜਿਹੜੀਆਂ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਅਸੀਂ ਜਾਣਾਂਗੇ ਕਿ ਜਦੋਂ ਮੇਨ ਸਟ੍ਰੀਮ ਚਰਚ ਦੇ ਲੋਕ ਜਿਹੜੇ ਨੇ ਖਾਮੋਸ਼ ਨੇ, ਚਰਚ ਆਫ ਪਾਕਿਸਤਾਨ ਜਿਹੜਾ ਹੈ ਸਾਡੇ ਕੋਲ ਉਹ ਖਾਮੋਸ਼ ਹੈ, ਕੈਥੋਲਿਕ ਚਰਚ ਦੇ ਲੋਕ ਖਾਮੋਸ਼ ਨੇ, ਇਹ ਕਿਉਂ ਬੋਲ ਰਹੇ ਨੇ ਔਰ ਇਸ ਤਰ੍ਹਾਂ ਦਾ ਕੌੜਾ ਬੋਲਦੇ ਪਏ ਨੇ ਕਿ ਟਰਾਂਸਜੈਂਡਰ ਜਿਹੜੇ ਨੇ ਇਹਨਾਂ ਨੂੰ ਕੋਈ ਮਤਲਬ ਉਹਨਾਂ ਨਾਲ ਕੋਈ ਖਾਸ ਕੋਈ ਖਾਰ ਹੈ ਜਾਂ ਕੋਈ ਇਹਨਾਂ ਦੀ ਕੋਈ ਉਹਨਾਂ ਨਾਲ ਦੁਸ਼ਮਣੀ ਹੈ ਜਿਹੜੀ ਉਹਦੇ ਖਿਲਾਫ ਬੋਲਦੇ ਪਏ ਨੇ। ਆਓ ਇਹਨਾਂ ਨਾਲ ਗੱਲਬਾਤ ਕਰਨੇ ਆ ਜੀ। ਥੈਂਕ ਯੂ ਵੈਰੀ ਮੱਚ। ਤੁਹਾਡਾ ਬਹੁਤ ਚੁਭਦਾ ਸਵਾਲ ਹੈ ਔਰ ਮੈਂ ਪਹਿਲਾਂ ਤਾਂ ਸ਼ੁਕਰ ਅਦਾ ਕਰਨਾ ਵਾ ਤੁਹਾਡੇ ਲਈ ਕਿ ਤੁਸੀਂ ਇਸ ਮੇਰੇ ਤੱਕ ਪਹੁੰਚੇ ਕਿ ਮੈਨੂੰ ਪੁੱਛੋ ਕਿ ਤੁਹਾਨੂੰ ਤਕਲੀਫ ਕੀ ਹੈ। ਦੂਸਰਾ, ਅੱਜ ਦੀ ਗੱਲ ਪ੍ਰੋਗਰਾਮ ਜਿੰਨੇ ਵੇਖ ਰਹੇ ਨੇ ਮੈਂ ਤੁਹਾਨੂੰ ਆਪਣੇ ਵੱਲੋਂ ਵੀ ਜੀ ਆਇਆਂ ਨੂੰ ਕਹਿਣਾ ਵਾ, ਖੁਸ਼ਾਮਦੀਦ ਕਹਿਣਾ ਵਾ। ਨਾਸਰ ਜਮੀਲ ਸਾਹਿਬ, ਪਹਿਲੇ ਦੀ ਗੱਲ ਇਹ ਵੇ ਕਿ ਇਹ ਬਿੱਲ ਜਿਹੜਾ ਹੈ ਟਰਾਂਸਜੈਂਡਰ ਐਕਟ 2018, ਮੈਂ ਇਸ ਬਿੱਲ ਦੀ ਮੁਖਾਲਫਤ ਨਹੀਂ ਕੀਤੀ। ਮੈਂ ਇਸ ਬਿੱਲ ਦੇ ਬਾਰੇ ਅਵੇਅਰਨੈਸ ਕ੍ਰਿਸਚੈਨਿਟੀ ਨੂੰ ਦੇਣਾ ਚਾਹ ਰਿਹਾ। ਮੁਖਾਲਫਤ ਹੋਰ ਚੀਜ਼ ਹੈ, ਅਵੇਅਰਨੈਸ ਦੇਣਾ ਹੋਰ ਚੀਜ਼ ਹੈ। ਪਹਿਲੇ ਤਾਂ ਸਾਨੂੰ ਮਾਲੂਮ ਹੋਣਾ ਚਾਹੀਦਾ ਕਿ ਬਿੱਲ ਹੈ ਕੀ ਚੀਜ਼ ਹੈ। ਜਿਵੇਂ ਤੁਸੀਂ ਜਾਣਦੇ ਹੋ ਕਿ ਟਰਾਂਸਜੈਂਡਰ ਬਿੱਲ 2018 ਚਰਚ ਇਹਦੀ ਮੁਖਾਲਫਤ ਨਹੀਂ ਕਰ ਰਿਹਾ ਤੇ ਨਾ ਹੀ ਚਰਚ ਟਰਾਂਸਜੈਂਡਰ ਦੇ ਖਿਲਾਫ ਕੋਈ ਤਹਿਰੀਕ ਚਲਾਉਣ ਲੱਗਾ। ਪਹਿਲੀ ਦੀ ਗੱਲ ਇਹ ਵੇ, ਜਦੋਂ ਖਾਜਾ ਸਰਾ ਦੀ ਗੱਲ ਹੋ ਰਹੀ ਹੈ, ਖੁਸਰਿਆਂ ਦੀ ਗੱਲ ਹੋ ਰਹੀ ਹੈ, ਹਿਜੜਿਆਂ ਦੀ ਗੱਲ ਹੋ ਰਹੀ ਹੈ, ਤੇ ਚਰਚ ਆਫ ਪੈਂਟੀਕੋਸਟ ਪਹਿਲਾ ਚਰਚ ਹੈ ਪਾਕਿਸਤਾਨ ਦੀ ਤਾਰੀਖ ਵਿੱਚ ਜਿਨੇ ਇਹਦੇ ਉੱਤੇ 5 ਇਤਵਾਰ ਮਤਵਾਤਰ ਪ੍ਰੀਚਿੰਗ ਕੀਤੀ ਹੈ ਔਰ ਇਹਨਾਂ ਦੇ ਬਾਰੇ ਅਵੇਅਰਨੈਸ ਪੈਦਾ ਕੀਤੀ ਹੈ। ਉਦੋਂ ਇਹ ਬਿੱਲ ਅਜੇ ਬਣਿਆ ਵੀ ਨਹੀਂ ਸੀ, ਨਾ ਇਹ ਬਿੱਲ ਦਾ ਵਜੂਦ ਸੀ, ਨਾ ਇਹ ਬਿੱਲ ਬਣਿਆ ਸੀ। ਸੋ ਚਰਚ ਆਫ ਪੈਂਟੀਕੋਸਟ ਇਹਦੇ ਖਿਲਾਫ ਹਰਗਿਜ਼ ਨਹੀਂ, ਖਾਜਾ ਸਰਾਵਾਂ ਦੇ ਖਿਲਾਫ ਹਰਗਿਜ਼ ਨਹੀਂ, ਖਾਜਾ ਸਰਾਵਾਂ ਦੇ ਰਾਈਟਸ ਦੇ ਖਿਲਾਫ ਹਰਗਿਜ਼ ਨਹੀਂ। ਹੁਣ ਦੂਸਰੀ ਗੱਲ ਇਹ ਵੇ ਕਿ ਸਾਨੂੰ ਤਕਲੀਫ ਕੀ ਹੋਈ ਹੈ। ਕਿਆ ਇਹ ਖਾਜਾ ਸਰਾਵਾਂ ਦੀ ਗੱਲ ਹੋ ਰਹੀ ਹੈ? ਜ਼ਰਾ ਗੌਰ ਨਾਲ ਇਸ ਗੱਲ ਨੂੰ ਸਮਝਿਆ ਜੇ। ਇਹ ਖਾਜਾ ਸਰਾਵਾਂ ਦੇ ਮੋਢੇ ਤੇ ਰੱਖ ਕੇ ਤੇ ਬੰਦੂਕ ਦਾ ਨਿਸ਼ਾਨਾ ਕਿਤੇ ਹੋਰ ਲੱਗ ਰਿਹਾ ਤੇ ਨਜ਼ਰ ਇੰਜ ਆ ਰਿਹਾ ਜਿਵੇਂ ਖਾਜਾ ਸਰਾ ਨੇ। ਹੁਣ ਨਾਸਰ ਜਮੀਲ ਸਾਹਿਬ, ਪਹਿਲੀ ਦੀ ਗੱਲ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਖਾਜਾ ਸਰਾ ਦੀ ਪਹਿਚਾਣ ਬਾਈਬਲ ਨੇ ਕਿੰਜ ਕਰਾਈ ਹੈ। ਅਸੀਂ ਦੀ ਮੰਨਣਾ ਬਾਈਬਲ ਨੂੰ, ਅਸੀਂ ਆ ਚਰਚ ਤੇ ਚਰਚ ਮੰਨਦਾ ਬਾਈਬਲ ਨੂੰ। ਸੋ ਬਾਈਬਲ ਦੇ ਜਿਹੜੇ 2 ਅਹਿਦਨਾਮੇ ਨੇ, ਇੱਕ ਪੁਰਾਣਾ ਅਹਿਦਨਾਮਾ ਹੈ, ਇੱਕ ਨਵਾਂ ਅਹਿਦਨਾਮਾ ਹੈ। ਸੋ ਦੋਨੋਂ ਅਹਿਦਨਾਮਿਆਂ ਦੇ ਵਿੱਚ ਇਹਦੀ ਪਹਿਚਾਣ ਹੈ ਤੇ ਆਓ ਫਿਰ ਇਹਦੀ ਪਹਿਚਾਣ ਮੈਂ ਵੀ ਨਾਜ਼ਰੀਨ ਨੂੰ ਦੱਸਣਾ ਚਾਹੁੰਦਾ। ਇਹਦੇ ਬਿੱਲ ਦੇ ਵਿੱਚ ਜਿਹੜੀ ਚੀਜ਼ ਹੈ ਅੱਗੇ ਜਾ ਕੇ ਇਹਦੇ ਬਾਰੇ ਮੈਂ ਤੁਹਾਨੂੰ ਮਜ਼ੀਦ ਦੱਸ ਸਕਾਂਗਾ। ਪਹਿਲਾਂ ਇਹ ਵੰਡ ਕੱਢ ਲਈਏ ਕਿ ਖਾਜਾ ਸਰਾ ਹੈ ਕੌਣ ਨੇ, ਬਾਈਬਲ ਇਹਦੇ ਬਾਰੇ ਕੀ ਕਹਿੰਦੀ ਹੈ। ਅਸਤਿਸਨਾ ਦੀ ਕਿਤਾਬ ਹੈ, ਇਹਦਾ ਬਾਪ ਨੰਬਰ ਜਿਹੜਾ 23ਵਾਂ ਬਾਪ ਹੈ, ਦਾ ਬੁੱਕ ਆਫ ਡਿਟਰੋਨਮੀ ਚੈਪਟਰ 23 ਹੈ। ਇਹਦੇ 'ਚ ਨਾਸਰ ਭਾਈ ਬੜਾ ਸਾਦਾ ਲਿਖਿਆ, ਬੜੀ ਆਸਾਨ ਪਹਿਚਾਣ ਹੈ। ਇੱਕ ਜਿਹੜਾ ਇਨਸਾਨ ਆਮ ਫਹਮ ਹੈ ਨਾ, ਬਾਈਬਲ ਨੇ ਖੁੱਲ੍ਹ ਕੇ ਗੱਲ ਖਾਜਾ ਸਰਾਵਾਂ ਤੇ ਕੀਤੀ ਹੈ। ਇਹ ਵਾਹਿਦ ਕਿਤਾਬ ਹੈ ਬਾਈਬਲ ਜਿਹੜੀ ਖਾਜਾ ਸਰਾਵਾਂ ਤੇ ਬੋਲਦੀ ਹੈ ਜੀ ਔਰ ਇਹਦੇ ਹਕੂਕ ਦੀ ਗੱਲ ਕਰਦੀ ਹੈ ਔਰ ਇਹਨਾਂ ਦੇ ਹੱਕ ਦੀ ਗੱਲ ਕਰਦੀ, ਖਾਜਾ ਸਰਾਵਾਂ ਦੀ ਗੱਲ ਕਰਦੀ ਹੈ। ਲਿਖਿਆ ਹੈ, ਜਿਸਕੇ ਖੁੱਸੇ ਕੁਚਲੇ ਗਏ ਹੋਂ ਜਾਂ ਆਲਤ ਕਾਟ ਡਾਲੀ ਗਈ ਹੋ। ਸੋ ਪਹਿਲੀ ਪਹਿਚਾਣ ਇਹ ਵੇ ਜਿਸਕੇ ਖੁੱਸੇ ਕੁਚਲੇ ਗਏ ਹੋ। ਖੁੱਸੇ ਨੂੰ ਅੰਗਰੇਜ਼ੀ ਚ ਕਹਿੰਦੇ ਟੈਸਟੀਕਲ। ਬਾਈਬਲ ਚ ਲਿਖਿਆ ਜਿਹਦੇ ਟੈਸਟੀਕਲ ਜਿਹੜੇ ਨੇ ਉਹ ਕੁਚਲੇ ਗਏ ਹੋਣ, ਕ੍ਰਸ਼ ਕੀਤੇ ਗਏ ਹੋਣ, ਜਾਂ ਉਹ ਬਾਈ ਬਰਥ ਉਹਦਾ ਪ੍ਰੋਬਲਮ ਚੱਲ ਰਿਹਾ ਹੋਵੇ, ਅਜ਼ੂਏ ਤਨਾਸਲ ਦੇ ਵਿੱਚ ਪ੍ਰੋਬਲਮ ਹੋਵੇ, ਤੇ ਬਾਈਬਲ ਸਾਨੂੰ ਦੱਸਦੀ ਹੈ ਉਹਨੂੰ ਅਸੀਂ ਖੁਸਰਾ ਕਹਾਂਗੇ, ਹਿਜੜਾ ਕਹਾਂਗੇ, ਜਿਹੜਾ ਇਸ ਕਾਬਲ ਨਾ ਹੋਵੇ ਕਿ ਔਲਾਦ ਪ੍ਰੋਡਿਊਸ ਕਰ ਸਕੇ। ਸੋ ਬਾਈਬਲ ਸਾਨੂੰ ਇਹਦੀ ਪਹਿਚਾਣ ਦੱਸਦੀ ਹੈ ਔਰ ਇਹਦੇ ਵਿੱਚ ਜਿਹੜੀ ਡੈਫੀਨੇਸ਼ਨ ਹੈ, ਹਿਬਰੂ ਡੈਫੀਨੇਸ਼ਨ ਹੈ, ਇਹਦੇ 'ਚ ਔਰਤ ਵੀ ਹੋ ਸਕਦੀ ਹੈ ਤੇ ਇਹਦੇ 'ਚ ਮਰਦ ਵੀ ਹੋ ਸਕਦਾ ਹੈ। ਸੋ ਇਹਦੇ 'ਚ ਖੁਸਰੀ ਵੀ ਹੋ ਸਕਦੀ ਹੈ ਤੇ ਖੁਸਰਾ ਵੀ ਹੋ ਸਕਦਾ ਹੈ। ਸੋ ਬਾਈਬਲ ਨੇ ਇਹਦੀ ਪਹਿਚਾਣ ਸਾਨੂੰ ਕਲੀਅਰ ਦੱਸਦੇ। ਹੁਣ ਅਗਲੀ ਜਿਹੜੀ ਗੱਲ ਹੈ ਉਹ ਵੇ ਖੁਦਾਵੰਦ ਯਿਸੂ ਮਸੀਹ ਦੀ। ਖੁਦਾਵੰਦ ਯਿਸੂ ਮਸੀਹ ਵੀ ਇਹਦੀ ਪਹਿਚਾਣ ਦੱਸੀ ਹੈ ਔਰ ਇੱਕ ਹੋਰ ਹਵਾਲਾ ਮੈਂ ਤੁਹਾਡੇ ਲਈ ਪੜ੍ਹਨਾ ਚਾਹੁੰਦਾ ਤਾਂ ਕਿ ਸਾਨੂੰ ਪਤਾ ਚੱਲ ਜਾਏ ਕਿ ਸਿਰਫ ਓਲਡ ਟੈਸਟਾਮੈਂਟ ਵਿੱਚ ਨਹੀਂ, ਪੁਰਾਣੇ ਅਹਿਦਨਾਮੇ 'ਚ ਨਹੀਂ, ਨਵੇਂ ਦੇ ਵਿੱਚ ਵੀ ਲਿਖਿਆ ਹੋਇਆ ਔਰ ਨਵੇਂ ਅਹਿਦਨਾਮੇ ਮੱਤੀ ਰਸੂਲ ਦੀ ਇੰਜੀਲ 19ਵਾਂ ਬਾਬ ਤੇ ਉਹਦੀ 12ਵੀਂ ਆਇਤ ਦੇ ਵਿੱਚ ਲਿਖਿਆ ਹੈ ਕਿ ਬਾਜ਼ ਖੌਜੇ ਮਾਂ ਦੇ ਪੇਟ ਦੇ ਵਿੱਚੋਂ ਪੈਦਾ ਹੁੰਦੇ ਨੇ, ਬਾਈ ਬਰਥ ਹੁੰਦੇ ਨੇ। ਇਹਦਾ ਮਤਲਬ ਇਹ ਕਿ ਕੁਝ ਡਿਫੈਕਟ ਹੋ ਸਕਦਾ ਹੈ ਮੈਡੀਕਲੀ ਵੀ।
ਸੋ ਇਹ ਖੁਦਾਵੰਦ ਯਿਸੂ ਮਸੀਹ ਕਹਿ ਰਿਹਾ ਕਿ ਕਈ ਮੈਡੀਕਲ ਜਿਹੜੇ ਨੇ ਉਹ ਉਹਨਾਂ ਨੂੰ ਪ੍ਰੋਬਲਮਸ ਹੁੰਦੇ ਨੇ, ਔਰ ਜਿਹੜੇ ਕਿ ਬਾਏ ਬਰਥ ਜਿਨ੍ਹਾਂ ਦੇ ਇਹ ਪ੍ਰੋਬਲਮ ਬਣ ਰਹੇ ਹੁੰਦੇ ਨੇ। ਔਰ ਉਹਨਾਂ ਨੂੰ ਤੁਸੀਂ ਵੇਖੋ, ਮਾਈਆਂ ਦਾਈਆਂ ਕੋਲ ਜਦੋਂ ਪੈਦਾਇਸ਼ ਦਾ ਸਿਲਸਿਲਾ ਹੁੰਦਾ ਸੀ ਤਾਂ ਜਦੋਂ ਬੱਚਾ ਫੜਦੀਆਂ ਸਨ ਤਾਂ ਉਹ ਇੱਕੋ ਵਾਰੀ ਸ਼ੋਰ ਪਾ ਦਿੰਦੀਆਂ ਸਨ, ਜਾਂ ਕਾਨੇ ਜਾ ਕਹਿ ਦਿੰਦੀਆਂ ਸਨ ਵੀ ਖੁਸਰਾ ਪੈਦਾ ਹੋਇਆ ਜੇ ਤੁਹਾਡੇ ਘਰ, ਮੁੰਡਾ ਪੈਦਾ ਹੋਇਆ ਜੇ, ਕੁੜੀ ਪੈਦਾ ਹੋਈ ਜੇ, ਤਾਂ ਉਹਦੇ ਸ਼ੋਰ ਪਾਉਂਦੇ ਸਨ ਤੇ ਖੁਸਰੇ ਤੇ ਜਿਹੜਾ ਸੀ ਉਹ ਸਾਰੇ ਪਰੇਸ਼ਾਨ ਹੁੰਦੇ, ਔਰ ਇਹੋ ਜਿਹੇ ਬੱਚੇ ਨੂੰ ਉਂਝ ਹੀ ਜ਼ਿੰਦਾ ਦੱਬ ਦਿੰਦੇ ਸਨ। ਸੋ ਖੁਦਾਵੰਦ ਯਿਸੂ ਮਸੀਹ ਨੇ ਇਹਨਾਂ ਦੇ ਬਾਰੇ ਵੀ ਗੱਲ ਕੀਤੀ ਹੈ ਕਿ ਮਾਂ ਦੇ ਪੇਟ 'ਚ ਵੀ ਖੁਸਰੇ ਪੈਦਾ ਹੁੰਦੇ ਨੇ, ਕਿ ਬੰਦੇ ਵੀ ਉਹਨਾਂ ਨੂੰ ਖੁਸਰੇ ਬਣਾਉਂਦੇ ਨੇ ਤੇ ਉਹ ਆਪਣੇ ਆਪ ਵੀ ਕੋਈ ਖੁਸਰੇ ਬਣ ਜਾਂਦੇ ਨੇ। ਸੋ ਇਹਨਾਂ ਦੇ ਹਕੂਕ ਦੀ ਜਿਹੜੀ ਗੱਲ ਹੈ ਨਾ, ਉਹ ਬਾਈਬਲ ਖੁੱਲ੍ਹ ਕੇ ਕਰਦੀ ਹੈ। ਇਹਦੀ ਪਹਿਲੇ ਦੀ ਪਹਿਚਾਣ ਅਸਾਂ ਦੱਸੀ ਹੈ, ਤੇ ਹੁਣ ਰਹੀ ਹਕੂਕ ਦੀ ਗੱਲ, ਬਾਈਬਲ ਨੇ ਇਹਨਾਂ ਦੇ ਹੱਕ ਜਿਹੜੇ ਨੇ ਲਿਖਿਆ, ਖੁਦਾ ਆਂਦਾ ਮੈਂ ਇਹਨਾਂ ਨੂੰ ਇੱਕ ਨਵਾਂ ਨਾਮ ਬਖਸ਼ਾਂਗਾ, ਇਹ ਮੇਰੇ ਘਰ ਦੇ ਵਿੱਚ ਪਿਲਰ ਦੇ ਤੌਰ ਤੇ ਹੋਣਗੇ। ਜਿਹੜਾ ਇਸ ਬਿੱਲ ਦੇ ਵਿੱਚ ਨੁਕਤਾ ਮੋਤਰਜ਼ਾ ਹੈ, ਜਿਹਦੇ ਤੇ ਤੁਹਾਨੂੰ ਇਤਰਾਜ਼ ਹੈ, ਜਿਹਦੇ ਤੇ ਚਰਚ ਨੂੰ ਇਤਰਾਜ਼ ਹੈ, ਉਹ ਕੀ ਹੈ? ਸੋ ਇਹੀ ਮੈਂ ਪਹਿਲੇ ਦੱਸਣਾ ਚਾਹੁੰਦਾ, ਤਾਂ ਕਿ ਪਹਿਲਾਂ ਗੱਲ ਵੰਡ ਹੋ ਜਾਏ। ਜਿਹੜੇ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਕਿ ਚਰਚ ਨੇ ਮੁਖਾਲਫਤ ਕੀਤੀ ਹੈ, ਸੋ ਚਰਚ ਮੁਖਾਲਫਤ ਨਹੀਂ ਕਰਦਾ। ਪਹਿਲੀ ਦੀ ਗੱਲ ਇਹ ਕਲੀਅਰ ਹੈ, ਚਰਚ ਇਹਦੇ ਹੱਕ 'ਚ ਹੈ ਕਿ ਇਹਨਾਂ ਲੋਕਾਂ ਦੇ ਹਕੂਕ ਹੋਣੇ ਚਾਹੀਦੇ ਨੇ। ਹੁਣ ਚਰਚ ਨੂੰ ਇਤਰਾਜ਼ ਕੀ ਹੈ? ਤੁਸੀਂ ਜਦੋਂ ਇਸ ਕਨਸਟੀਟਿਊਸ਼ਨ ਦੇ ਵਿੱਚ ਪੜ੍ਹਦੇ ਹੋ, ਔਰ ਤੁਹਾਡੇ ਕੋਲ ਵੀ ਕਾਪੀ ਮੌਜੂਦ ਹੈ ਤੇ ਕਾਪੀ ਮੇਰੇ ਕੋਲ ਵੀ ਮੌਜੂਦ ਹੈ, ਅਗਰ ਤੁਸੀਂ ਇਹਦੇ ਤਾਰਫ, ਇਹਦੇ ਇੰਟਰੋਡਕਸ਼ਨ ਪੜ੍ਹੋ, ਪਹਿਲੇ ਪੇਜ ਦੇ ਹਾਂਜੀ, ਇਹਦਾ ਪਹਿਲਾ ਪੇਜ ਦਾ ਸੈਕੰਡ ਕਲੌਜ਼ ਦੀ ਐਫ ਜਿਹੜੀ ਛਿੱਕ ਇਹ ਪੜ੍ਹੀਏ ਤੇ ਇੱਥੇ ਲਿਖਿਆ ਹੈ, ਜਿਹੜਾ ट्रांसजेंडर है यानी सनफी शनाख्त का मतलब ये है कि वो शख्स अंदर से खुद को कैसा महसूस करता है, बतौर मर्द, औरत, कुछ दोनों या कुछ भी नहीं। ये शनाख्त पैदाइश के वक्त दी गई सनफी शनाख्त से मुताबिकत रख सकती है और नहीं भी रख सकती। सो ये पहली दी गल है, इस क्लॉज ਦੇ ਵਿੱਚ ਲਿਖਿਆ ਹੈ ਕਿ ਅੰਦਰੋਂ ਤੁਸੀਂ ਕੀ ਫੀਲ ਕਰਦੇ ਹੋ। और फिर इस फीलिंग की गल इतने स्टार्ट होती है कि जी एक बंदा है, वो मर्द है, वो फील करता है कि मैं मर्द नहीं, मैं औरत हाँ, तो ਉਹਦੇ ਲਈ ਪਹਿਲੇ ਤਾਂ ਐਸਾ ਨਾ ਕੋਈ ਮੈਡੀਕਲੀ ਉਹਦਾ ਟੈਸਟ ਕੀਤਾ ਜਾਏ, ਐਗਜ਼ਾਮਨ ਕੀਤਾ ਜਾਏ। ਜਿਹੜੇ ਟਰਾਂਸਜੈਂਡਰਸ ਦੇ ਉੱਤੇ ਕੰਮ ਕਰਦੇ ਨੇ, ਔਰ ਜਿਹੜੇ ਟਰਾਂਸ ਗਰਲ ਹੁੰਦੀਆਂ ਨੇ ਜਾਂ ਟਰਾਂਸ ਵਿਮਨਸ ਨੇ, ਟਰਾਂਸ ਮੈਨ ਨੇ, ਇਹ ਅੱਜ ਪਾਕਿਸਤਾਨ 'ਚ ਮੌਜੂਦ ਨੇ। ਔਰ ਯਾਦ ਹੋਵੇ ਜਿੱਦਣ ਇਹ ਆਇਨ ਬਣਿਆ ਹੈ, ਜਿੱਦਣ ਇਹ ਕਾਨੂੰਨ ਬਣਿਆ, ਇਹ 2018 'ਚ ਕਾਨੂੰਨ ਬਣਿਆ, ਤੇ 2018 ਤੋਂ ਬਾਅਦ ਦੀ ਨਾਦਰਾ ਦੀ ਰਿਪੋਰਟ ਜਿਹੜੀ ਹੈ ਉਹ ਆਉਂਦੀ ਹੈ ਕਿ ਜਿਸ ਦਿਨ ਇਹ ਕਾਨੂੰਨ ਲਾਗੂ ਹੋਇਆ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ 28,000 ऐसे लोग ने जिन्हें अपनी जिन्स बदली है। बंदा औरत बनी है तो औरत बंदा बन गया, जिन्हों चो 16,530 मर्द ने जिन्होंने अपना ऑपरेशन करा के औरतां बन गई ने, और फिर 12,154 औरतां ने जिन्हें फील की है मैं तो औरत नहीं, मैं मर्द बनना चाहिए, वो मर्द बन गए। 9 खुसरे ਜਿਹੜੇ ਸਨ, ਜਿਹੜੇ ਆਪਣੇ ਮੇਲ ਕਹਿੰਦੇ ਸਨ, ਉਹ ਫੀਮੇਲ ਬਣ ਗਏ ਨੇ। 21 ਜਿਹੜੇ ਨੇ ਉਹ ਫੀਮੇਲ ਟਰਾਂਸਜੈਂਡਰ ਜਿਹੜੇ ਨੇ ਉਹ ਮੇਲ ਬਣ ਗਏ ਨੇ। ਇਹ ਮੇਰੀ ਆਪਣੀ ਰਿਪੋਰਟ ਨਹੀਂ, ਇਹ ਨਾਦਰਾ ਦੀ ਰਿਪੋਰਟ ਹੈ, ਔਰ ਮੈਂ ਆਪਣੇ ਕੋਲੋਂ ਨਹੀਂ ਦੇ ਰਿਹਾ। ਅਸੈਂਬਲੀ 'ਚ ਵੀ ਰਿਪੋਰਟ ਡਿਸਕਸ ਹੋਈ ਹੈ, ਮੀਡੀਆ ਤੇ ਰਿਪੋਰਟ ਡਿਸਕਸ ਹੋ ਰਹੀ ਹੈ, ਪੂਰੀ ਦੁਨੀਆ 'ਚ ਰਿਪੋਰਟ ਡਿਸਕਸ ਹੋ ਰਹੀ ਹੈ। ਡਾਕਟਰ ਸਾਹਿਬ, ਇਹ ਸਾਰੀਆਂ ਗੱਲਾਂ ਆਪਣੀ ਥਾਂ ਤੇ ਠੀਕ ਹੈ, ਲੇਕਿਨ ਕਿਸੇ ਵੀ ਸ਼ਖਸ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰਨ ਦਾ, ਆਪਣੀ ਜਿੰਸ ਦੇ ਹਵਾਲੇ ਨਾਲ ਜਾਂ ਬਾਕੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਹਵਾਲੇ ਨਾਲ ਜਿਹੜਾ ਹੈ ਆਜ਼ਾਦੀ ਹੈ। ਜਿਹੜਾ ਚਰਚ ਹੈ, ਚਰਚ ਦੀਆਂ ਟੀਚਿੰਗਸ ਦੇ ਬਾਰੇ ਕੀ ਕਹਿੰਦੀਆਂ ਨੇ, ਤੇ ਅਸੀਂ ਜੋ ਮਹਿਸੂਸ ਕਰਨੇ ਆ ਅਸੀਂ ਉਹ ਲੋਕਾਂ ਨੂੰ ਦੱਸਨੇ ਆ, ਤੇ ਅਗਰ ਜਿਸ ਦੇ ਬਾਰੇ ਕੋਈ ਫੀਲ ਕਰਦਾ ਤਾਂ ਉਹਦੇ ਬਾਰੇ ਦੇਖੋ, ਚਰਚ ਨੂੰ ਪ੍ਰੋਬਲਮ ਇਹ ਵੇ, ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜਦ ਕਿ ਇਹਦਾ ਤੁਸੀਂ ਅਗਰ ਪੜੋ ਚੈਪਟਰ ਨੰਬਰ 2 ਇਹਦਾ ਕੱਢੋ, ਚੈਪਟਰ ਨੰਬਰ 2 ਦੇ ਵਿੱਚ ਇਹਦਾ ਫਸਟ ਜਿਹੜੇ शिक्के दी ਉਹਦੇ ਚ ਲਿਖਿਆ ਹੈ, एक ट्रांसजेंडर को अपनी जिनसी सनफी शनाख्त उस शनाख्त के मुताबिक दर्ज करवाने का हक है जो सनफी जिनसी शनाख्त वो खुद को तस्वुर करता है जी। सो ਇਹਦਾ ਮਤਲਬ ਇਹ ਵੇ ਕਿ ਉਹ ਆਪਣੀ ਜਿਨਸੀ ਸ਼ਨਾਖਤ ਜਦੋਂ ਮਰਜ਼ੀ ਬਦਲ ਸਕਦਾ ਹੈ, ਜਦੋਂ ਮਰਜ਼ੀ ਉਹ ਫੀਲ ਕਰਦਾ ਜੀ ਮੈਂ ਅੱਜ ਫੀਲ ਕਰ ਰਿਹਾ ਕਿ ਮੈਂ ਹੁਣ ਕੁੜੀ ਬਣ ਗਿਆ, ਤਾਂ ਕੁੜੀ ਬਣ ਜਾਏ ਇੱਕਦਮ। ਔਰ ਫਿਰ ਇਹ ਜੋ ਗਵਰਨਮੈਂਟ ਨੇ ਜਿਹੜੀ ਇਹਨੂੰ ਰਿਲੈਕਸੇਸ਼ਨ ਦਿੱਤੀ ਹੈ ਜਾਂ ਜਿਹੜੇ ਇਹਦੇ ਵਿੱਚ ਚੀਜ਼ਾਂ ਐਡ ਕੀਤੀਆਂ ਨੇ, ਇਹਦਾ ਸੈਕੰਡ अगर क्लॉज पढ़ो तो लिखा है, एक ट्रांसजेंडर अपने आप को सब सेक्शन 1 के तहत अपनी तस्वुर करदा के मुताबिक तमाम नादरा और दिगर हुकूमती सेल्फ परसीव्ड आइडेंटिटी शनाख्त यानी अदारों में दर्ज करवा सकता है। सो ਇਹਦਾ ਮਤਲਬ ਇਹ ਸੈਲਫ ਪਰਸੀਵਡ ਯਾਨੀ ਜੋ ਉਹਨੂੰ ਲੱਗਦਾ ਹੈ, ਜੋ ਉਹਨੂੰ ਲੱਗਦਾ ਹੈ, ਜੋ ਉਹਨੇ ਜਾ ਕੇ ਕਹਿਤਾ ਹੈ, ਜੋ ਇਹਦਾ ਮਤਲਬ ਹੈ ਕਿ ਤੁਹਾਨੂੰ ਡਾਕੂਮੈਂਟ ਦੀ ਵੀ ਲੋੜ ਕੋਈ ਨਹੀਂ, ਤੁਹਾਨੂੰ ਮੈਡੀਕਲ ਦੀ ਰਿਪੋਰਟ ਦੀ ਲੋੜ ਕੋਈ ਨਹੀਂ। ਤੁਸੀਂ ਮੁੱਛਾਂ ਰੱਖੀਆਂ ਨੇ ਤੇ ਮੁੱਛਾਂ ਰੱਖ ਕੇ ਜਾਓ ਔਰ ਜਾ ਕੇ ਕਹੋ ਜਨਾਬ ਮੈਂ ਲੜਕੀ ਹੂੰ,
ਤੋ ਆਖੇਗਾ ਤੇਰਾ ਤੇ ਨਾਦਰਾ ਦੇ ਵਿੱਚ ਲੜਕੀ ਨੇ ਲੜਕਾ ਲਿਖਿਆ ਹੈ। ਉਹਨੇ ਆਖਿਆ ਜਦੋਂ ਮੈਨੂੰ ਮਹਿਸੂਸ ਹੋ ਰਿਹਾ ਲੜਕੀ, ਤੈਨੂੰ ਤਕਲੀਫ ਕੀ ਹੈ ਜੀ। ਇਹ ਅੱਗੇ ਲਿਖਿਆ है हर ट्रांसजेंडर अपने आप को नादरा ऑर्डिनेंस 2000 या दिगर मुतलका कवानीन के मुताबिक 18 साल की उम्र होने पर सेल्फ प्रोसीड जेंडर आइडेंटिफिकेशन के मुताबिक शनाख्ती कार्ड, पासपोर्ट या ड्राइविंग लाइसेंस बनवा सकता है। हुण दसो इत्थे की करेगा बंदा? ਹੁਣ ਅਗਰ ਇਹ ਸਟੋਰੀ ਹੈ, ਇਹ ਸਿਲਸਿਲਾ ਹੈ ਕਿ ਇੱਕ ਬੰਦਾ ਆਂਦਾ ਹੈ ਕਿ ਮੈਂ ਬੰਦਾ ਨਹੀਂ ਜਨਾਬ, ਉਹ ਗਲਤੀ ਨਾਲ ਮੇਰੇ ਮਾਪਿਓ ਨੇ ਲਿਖਾਇਆ, ਮੇਰੀ ਮਾਂ ਨੇ ਗਲਤੀ ਨਾਲ ਲਿਖਾਇਆ, ਮੇਰੇ ਪਿਓ ਨੇ ਗਲਤੀ ਨਾਲ ਲਿਖਾਇਆ, ਮੇਰੇ ਭੈਣ ਭਰਾਵਾਂ ਨੇ ਗਲਤੀ ਨਾਲ ਲਿਖਾਇਆ, ਉਹਨਾਂ ਨੂੰ ਗਲਤੀ ਹੋ ਗਈ ਹੈ। ਉਹਨੇ ਆਖਰ ਅਗਲਾ ਨਾਦਰਾ ਵਾਲਾ ਵੀ ਜਿਹੜਾ ਆਫੀਸਰ ਉਹ ਵੇਖ ਰਿਹਾ ਹੁੰਦਾ, ਮੁੱਛਾਂ ਨੇ ਦਾੜੀ ਹੈ, ਤੇ ਇਹਨੂੰ ਕਿਹੜੀ ਗਲਤੀ ਲੱਗੀ ਹੈ? ਉਹਨੂੰ ਨੂੰ ਕਹੇਗਾ ਨਹੀਂ ਮੇਰੀ ਫੀਲਿੰਗ ਹੈ, ਕਿਉਂਕਿ ਮੈਨੂੰ ਆਇਨ ਇਜਾਜ਼ਤ ਦਿੰਦਾ। ਮੈਨੂੰ ਆਇਨ ਕੀ ਕਹਿੰਦਾ ਕਿ ਜਦੋਂ ਤੂੰ ਫੀਲ ਕਰੇਗਾ ਤੂੰ ਜਾ ਕੇ ਚੇਂਜ ਕਰਵਾ ਸਕਦਾ। ਮੇਰੀ ਉਮਰ 18 ਸਾਲ ਹੋ ਗਈ, ਹੁਣ ਮੈਂ ਚੇਂਜ ਕਰਵਾ ਸਕਦਾ। ਹੁਣ ਚਰਚ ਨੂੰ ਇੱਥੇ ਪ੍ਰੋਬਲਮ ਕੀ ਹੈ ਜੀ? ਚਰਚ ਨੂੰ ਪ੍ਰੋਬਲਮ ਇਹ ਵੇ, ਅਗਰ ਇੱਕ ਬੰਦਾ ਜਾ ਕੇ ਇਹਦੀ ਫੀਲਿੰਗ ਇੰਜ ਹੁੰਦੀ ਹੈ ਔਰ ਜਾ ਕੇ ਉਹ ਨਾਦਰਾ 'ਚ ਕਹਿੰਦਾ ਤੇ ਜਾ ਕੇ ਆਈਡੀ ਕਾਰਡ ਬਣਵਾ ਕੇ ਲੈ ਆਉਂਦਾ ਤੇ ਆ ਕੇ ਮੇਰੇ ਅੱਗੇ ਰੱਖ ਦਿੰਦਾ ਕਿ ਪਾਦਰੀ ਸਾਹਿਬ ਮੈਂ ਇਸ ਵਕਤ ਲੜਕੀ ਹਾਂ ਤੇ ਮੈਂ ਉਸ ਮੁੰਡੇ ਨਾਲ ਵਿਆਹ ਕਰਨਾ ਤੇ ਮੈਂ ਉਹਦੀ ਸ਼ਕਲ ਵੇਖਾਂਗਾ, ਹੈ ਉਹ ਤੇਰੀਆਂ ਦੀ ਮੁੱਛਾਂ ਵੀ ਨੇ, ਤੇਰੀ ਦੀ ਦਾੜੀ ਵੀ ਹੈ। ਆਖੇਗਾ ਭਾਈ ਸਾਹਿਬ ਥੱਲੇ ਵੇਖੋ, ਇਹ ਥੱਲੇ ਕੀ ਲਿਖਿਆ? ਮੇਰੀ ਸ਼ਕਲ ਨੂੰ ਨਾ ਵੇਖੋ, ਇਸ ਕਾਰਡ ਨੂੰ ਵੇਖੋ, ਆਈਡੀ ਕਾਰਡ ਤੇ ਕੀ ਲਿਖਿਆ? ਯਾਰ ਇਹ ਤੇ ਲੜਕੀ ਲਿਖਿਆ ਹੋਇਆ ਹੈ, ਪਰ ਤੇਰੀਆਂ ਦੀ ਮੁੱਛਾਂ ਵੀ ਨੇ, ਦਾੜੀ ਵੀ, ਤੇਰੇ ਦੀ ਫਿਗਰ ਜਿਹੜੇ ਨੇ, ਤੇਰਾ ਜਿਸਮ ਜਿਹੜਾ ਹੈ ਇਹਦੀ ਲੜਕੀਆਂ ਵਾਲਾ ਹੈ ਹੀ ਨਹੀਂ। ਉਹ ਆਖੇਗਾ ਮੈਨੂੰ ਜੋ ਗਵਰਨਮੈਂਟ ਆਫ ਪਾਕਿਸਤਾਨ ਕਹਿ ਰਿਹਾ ਹੈ ਕਿ ਮੈਂ ਲੜਕੀ ਹਾਂ ਤੇ ਤੁਸੀਂ ਕੌਣ? ਤੁਸੀਂ ਨਿਕਾਹ ਕਰਨਾ ਹੈ ਕਿ ਨਹੀਂ ਕਰਨਾ? ਮਤਲਬ ਤੁਸੀਂ ਟੈਕਨੀਕਲੀ ਕਹਿ ਰਹੇ ਹੋ ਕਿ ਚਰਚ ਨੂੰ ਫਿਰ ਜਿਹੜਾ ਹੈ ਉਸ ਸ਼ਨਾਖਤੀ ਕਾਰਡ ਦੇ ਮੁਤਾਬਕ ਜਾਂ ਜਿਹੜਾ ਵੀ ਉਹਦੇ ਕੋਲ ਡਾਕੂਮੈਂਟ ਹੈ, ਸਰਕਾਰੀ ਡਾਕੂਮੈਂਟ, ਉਹਦੇ ਮੁਤਾਬਕ ਨਿਕਾਹ ਕਰਨਾ ਪਏਗਾ। ਨਹੀਂ ਦੇਖੋ ਜੀ, ਅਸੀਂ ਗਵਰਨਮੈਂਟ ਦੇ ਪਾਬੰਦ ਆ ਜੀ, ਔਰ ਗਵਰਨਮੈਂਟ ਨੇ ਸਾਨੂੰ ਲਾਇਸੈਂਸ ਕਿਸ ਕੰਮ ਲਈ ਦਿੱਤਾ ਹੈ? ਇਸੇ ਕੰਮ ਲਈ ਦਿੱਤਾ ਨਾ ਕਿ ਇਹਨਾਂ ਦੇ ਨਿਕਾਹ ਕਰੋ, ਆਪਣੇ ਅਕੀਦੇ ਦੇ ਮੁਤਾਬਕ, ਆਇਨ ਦੇ ਮੁਤਾਬਕ ਨਿਕਾਹ ਕਰੋ। ਸੋ ਹੁਣ ਆਇਨ ਦੇ ਮੁਤਾਬਕ ਤੇ ਅਸੀਂ ਕਰ ਰਹੇ ਹਾਂ, ਆਇਨ ਆਂਦਾ ਨਿਕਾਹ ਕਰੋ, ਅਕੀਦਾ ਆਂਦਾ ਨਾ ਕਰੋ। ਹੁਣ ਅਕੀਦਾ ਸਾਡਾ ਇਹ ਆਂਦਾ ਕਿ ਤੁਸੀਂ ਕੁੜੀ ਦਾ ਨਿਕਾਹ ਕਰ ਦਿਓ, ਉਹ ਆਖੇਗੀ ਮੈਂ ਲਹਾਇਆ ਉੱਤੇ ਮੁੰਡਾ ਹੈ ਤੇ ਮੁੱਛਾਂ ਵੀ ਨੇ, ਦਾੜੀ ਵੀ ਹੈ, ਉਹਦੀ ਸਾਰਾ ਕੁਝ ਉਂਝਦਾ ਉਂਝੀ ਫੀ, ਉਹਦੇ ਜਿਸਮ ਉਂਝਦਾ ਉਂਝੀ ਹੈ, ਸਾਰਾ ਜਿਸਮ ਦਾ ਇੱਕ ਅਜ਼ਾ ਮੁੰਡੇ ਵਾਲਾ ਹੈ, ਤੇ ਫਿਰ ਉੱਠ ਕੇ ਆਖੇਗਾ ਜੀ ਮੈਂ ਕੁੜੀ ਹਾਂ, ਨਹੀਂ ਮੈਂ ਇਹਨਾਂ ਲਈ ਵਿਆਹ ਕਰਦਾ। ਤੇ ਇਹ ਹਮਜਿਨਸ ਪ੍ਰਸਤੀ ਨਹੀਂ। ਕੁੜੀ ਵੀ ਕਹਿ ਸਕਦੀ ਕਿ ਮੈਂ ਮੁੰਡਾ ਫੀਲ ਕਰ ਰਹੀ, ਮੇਰੀ ਫਲਾਣੀ ਕੁੜੀ ਨਾਲ ਵਿਆਹ ਕਰ ਦਿਓ। ਦੇਖੋ ਇਹ ਵੀ ਹੈ, ਤੇ ਇਹਨੂੰ ਦੂਜੇ ਲਫ਼ਜ਼ਾਂ ਤੇ ਇੰਟਰਨੈਸ਼ਨਲ ਗੇ ਲੈਸਬੀਅਨ ਹੀ ਕਿਹਾ ਜਾਂਦਾ, ਐਲਜੀਬੀਟੀ ਹੋ ਗਿਆ ਨਾ। ਐਲਜੀਬੀਟੀ। ਸੋ ਅਗਰ ਇਹ ਸਾਰਾ ਸਿਸਟਮ ਹੈ ਤੇ ਦੱਸੋ ਮੈਂ ਐਜ਼ ਏ ਪਾਸਬਾਨ ਹੁੰਦਿਆਂ ਆ, ਪਾਸਟਰ ਹੁੰਦਿਆਂ ਆ, ਚਰਚ ਲੀਡਰ ਹੁੰਦਿਆਂ, ਕਿਆ ਮੈਂ ਬਾਈਬਲ ਦੀ ਮੁਖਾਲਫਤ ਕਰਾਂ? ਬਾਈਬਲ ਦੇ ਵਿੱਚ ਲਿਖਿਆ ਹੈ ਕਿ ਤੂੰ ਮਰਦ ਦੇ ਕੱਪੜੇ ਵੀ ਨਹੀਂ ਪਾਣੇ, ਹਾਂਜੀ, ਮਰਦ ਨਾਲ ਵਿਆਹ ਨਾ ਕਰੇ। ਲਿਖਿਆ ਕਿ ਅਗਰ ਉਹ ਮਰਦ ਨਾਲ ਸੋਬਤ ਕਰਦਾ ਤਾਂ ਉਹਨੂੰ ਮਾਰ ਦੋ, ਇੱਟਾਂ ਮਾਰ ਕੇ। ਔਰ ਫਿਰ ਨਵੇਂ ਅਹਿਦਨਾਮੇ ਦੇ ਵਿੱਚ ਰੋਮੀਓ ਦੇ ਖਾਤੇ 'ਚ ਲਿਖਿਆ, ਪਹਿਲੇ ਬਾਪ ਵਿੱਚ ਲਿਖਿਆ, ਪਹਿਲੇ ਚੈਪਟਰ ਦੇ ਵਿੱਚ ਲਿਖਿਆ ਕਿ ਅਗਰ ਕੋਈ ਇੰਜ ਕੰਮ ਕਰਦਾ ਹੈ ਤੇ ਉਹਦੀ ਸਜ਼ਾ ਖੁਦਾ ਦਿੰਦਾ ਹੈ। ਔਰ ਇਹ ਮੈਂ ਜੱਜ ਨਹੀਂ, ਮੇਰੀ ਜਜਮੈਂਟ ਨਹੀਂ, ਲਿਖਿਆ ਕਿ ਅਗਰ ਇੰਜ ਦੇ ਕੋਈ ਕੰਮ ਕਰਦਾ ਤਾਂ ਉਹਦੀ ਪਨਿਸ਼ਮੈਂਟ ਹੈ, ਔਰ ਉਹ ਪਨਿਸ਼ਮੈਂਟ ਡਿਵਾਈਨ ਪਨਿਸ਼ਮੈਂਟ ਹੈ, ਮੇਰੀ ਪਨਿਸ਼ਮੈਂਟ ਨਹੀਂ ਹੈ। ਸੋ ਮੇਰੇ ਉੱਤੇ ਜਿਹੜਾ ਫਰਜ਼ ਹੁੰਦਾ ਹੈ ਐਜ਼ ਅ ਪਾਸਬਾਨ ਹੁੰਦਾ ਹੈ, ਐਜ਼ ਅ ਚਰਚ ਲੀਡਰ ਹੁੰਦੇ ਆ, ਮੇਰੇ ਤੇ ਫਰਜ਼ ਹੁੰਦਾ ਕਿ ਮੈਂ ਆਪਣੇ ਚਰਚ ਨੂੰ ਅਵੇਅਰ ਕਰਾਂ, ਮੈਂ ਆਪਣੀ ਕੌਮ ਨੂੰ ਅਵੇਅਰ ਕਰਾਂ ਕਿ ਦੇਖੋ ਇੰਜ ਹੋ ਸਕਦਾ ਹੈ, ਕੱਲ ਨੂੰ ਅਗਰ ਇੰਜ ਹੋਇਆ ਤੇ ਫਿਰ ਅਸੀਂ ਕੀ ਕਰਾਂਗੇ। ਕਿਆ ਉਸ ਵਕਤ ਜਦੋਂ 2018 'ਚ ਬਿੱਲ ਪੇਸ਼ ਕੀਤਾ ਗਿਆ ਔਰ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ, ਉਦੋਂ ਚਰਚ ਕੋਲੋਂ ਜਾਂ ਮਜ਼ਹਬੀ ਅਦਾਰਿਆਂ ਦੇ ਕੋਲੋਂ ਜਾਂ ਮਜ਼ਹਬੀ ਜਿਹੜੇ ਲੋਕ ਨੇ ਉਹਨਾਂ ਕੋਲ ਪੁੱਛਿਆ ਗਿਆ ਸੀ ਔਰ ਉਹਨਾਂ ਨੂੰ ਬਿੱਲ ਦਿੱਤਾ ਗਿਆ ਸੀ, ਉਹਨਾਂ ਨਾਲ ਡਿਸਕਸ ਕੀਤਾ ਗਿਆ ਸੀ? ਸਰ ਇਹਦਾ ਤੇ ਮੈਨੂੰ ਇੰਨੀ ਇਨਫੋਰਮੇਸ਼ਨ ਨਹੀਂ, ਲੇਕਿਨ ਮੈਨੂੰ ਇੰਨਾ ਜ਼ਰੂਰ ਪਤਾ ਜਦੋਂ ਇਹ ਬਿੱਲ ਪਾਸ ਹੋਇਆ ਮਾਰਕੀਟ 'ਚ ਹੁਣ ਨਜ਼ਰ ਆਇਆ, ਕਿਉਂਕਿ ਇਹ ਥੋੜੇ ਦਿਨਾਂ ਦੇ ਵਿੱਚ ਸ਼ੋਰ ਜਦੋਂ ਪਿਆ, ਔਰ ਜਦੋਂ ਸ਼ੋਰ ਪਿਆ ਮੈਂ ਵੀ ਪਾਕਿਸਤਾਨ 'ਚ ਆਇਆ ਔਰ ਮੈਂ ਇਹਨੂੰ ਮੈਂ ਗੌਰ ਨਾਲ ਥਾਰੋਲੀ ਇਹਨੂੰ ਪੜ੍ਹਿਆ। ਜਦੋਂ ਮੈਂ ਥਾਰੋਲੀ ਪੜ੍ਹਿਆ ਤੇ ਇਹਦੇ ਪਹਿਲੇ ਚੈਪਟਰ ਦੇ ਵਿੱਚ ਹੀ ਰੌਂਗਟੇ ਖੜੇ ਕਰਨ ਦੇ ਵਾਲੀ ਗੱਲ ਹੈ। ਟਰਾਂਸਜੈਂਡਰ ਦੇ ਹਕੂਕ ਦੀ ਗੱਲ ਅਗਲੀ ਹੈ, ਖੁਸਰੇ ਹਿਜੜਿਆਂ ਨਾਲ ਇਹਦਾ ਦੱਸੋ ਕੀ ਤਲਕ ਆਇਆ? ਖੁਸਰੇ ਵਿਚਾਰੇ ਆਪ ਚੀਕਣਦੇ ਨੇ, ਉਹ ਬਈ ਸਾਡੇ ਹੱਕ ਤੁਸੀਂ ਲੈਣ ਦੇ ਹੋ, ਇਹ ਹੁਣ ਫੀਲਿੰਗ ਕਰਨ ਲਈ ਇੱਕ ਹੋਰ ਜਿੰਸ ਕੱਢ ਪਵੋਗੇ ਤੁਸੀਂ। ਤਾਂ ਚਰਚ ਨੂੰ ਵਕਤ ਪੈਣਾ ਨਾ। ਚਰਚ ਵੈਲਕਮ ਕਰਦਾ ਹੈ, ਚਰਚ ਇਹਨਾਂ ਨੂੰ ਨਫ਼ਰਤ ਨਹੀਂ ਕਰਦਾ, ਚਰਚ ਇਹਨਾਂ ਨਾਲ ਹੇਟ ਨਹੀਂ ਕਰਦਾ, ਚਰਚ ਇਹਨਾਂ ਨਾਲ ਮੁਹੱਬਤ ਕਰਦਾ, ਪਿਆਰ ਕਰਦਾ। ਲੇਕਿਨ ਇੱਕ ਗੱਲ ਯਾਦ ਰੱਖੋ, ਅਗਰ ਕੋਈ ਇੰਜ ਦੀਆਂ ਹਰਕਤਾਂ ਕਰਦਾ ਪਿਆ ਨਾ ਕਿ ਜਿਨਸਾਂ ਬਦਲਦਾ ਪਿਆ, ਜਿਨਸ ਚੇਂਜ ਕਰਦਾ ਪਿਆ, ਚਰਚ ਇਹਨਾਂ ਦੀ ਦੂਸਰੇ ਲਫ਼ਜ਼ਾਂ 'ਚ ਮੈਂ ਇਹ ਕਹਾਂਗਾ, ਇਹਨਾਂ ਨੂੰ ਅਸੀਂ ਚਰਚ ਦੇ ਵਿੱਚ ਵੈਲਕਮ ਕਰ ਸਕਦੇ ਹਾਂ, ਲੇਕਿਨ ਅਸੀਂ ਇਹ ਨਹੀਂ ਇਹਨਾਂ ਨੂੰ ਕਹਿ ਸਕਦੇ ਕਿ ਜਨਾਬ ਤੁਸੀਂ ਕਰ ਲਓ। ਇਹਦੇ ਨਾਲ ਇੱਕ ਮੁਆਸ਼ਰਤੀ ਮਸਲਾ ਜਿਹੜਾ ਚਰਚ ਦੇ ਨਾਲ ਵੀ ਜੁੜਿਆ ਔਰ ਚਰਚ ਉਹਦੇ 'ਚ ਆਪਣਾ ਰੋਲ ਵੀ ਕਦੀ ਪਲੇ ਕਰਦਾ ਜਦੋਂ ਉਹਨੂੰ ਲੋੜ ਪੈਂਦੀ ਹੈ, ਉਹ ਹੈ ਜਾਇਦਾਦ ਵਗੈਰਾ ਦੀ ਤਕਸੀਮ ਦਾ ਮਸਲਾ।
ਤੇ ਇਹ ਕਿਆ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਵਾਲਾ ਜਿਹੜਾ ਬਿੱਲ ਹੈ ਔਰ ਇਹ ਵਾਲਾ ਜਿਹੜਾ ਤਸੱਵਰ ਕਰਨ ਵਾਲਾ ਜਿਹੜਾ ਹਿੱਸਾ ਹੈ ਇਹਨੂੰ ਉਹਦੇ ਵਾਸਤੇ ਵੀ ਇਸਤੇਮਾਲ ਕੀਤਾ ਜਾ ਸਕਦਾ? ਸਿੱਧੀ ਜੀ ਗੱਲ ਹੈ ਜੀ, ਮੈਂ ਆਪਣੇ ਪਿਛਲੇ ਲੈਕਚਰ 'ਚ ਵੀ ਇਹੀ ਕਹਿ ਗਿਆ ਵਾਂ ਕਿ ਹੁਣ ਕਈ ਧੀਆਂ ਜਿਹਦੀਆਂ ਨੇ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਗੁੱਸਾ ਆਏਗਾ ਉਹ ਕਰਨਗੀਆਂ ਕਿ ਉੱਠ ਕੇ ਜਾਣਗੀਆਂ ਨਾਦਰਾ ਕੋ ਆਖਣਗੇ ਮੈਂ ਆਪਣੇ ਭਰਾਵਾਂ ਦੇ ਮੁਤਾਬਕ ਹੀ ਜਾਇਦਾਦ ਲੈਣੀ ਹੈ, ਕਿਉਂਕਿ ਗੱਲ ਦੀ ਡਾਕੂਮੈਂਟਸ ਦੀ ਹੈ, ਗੱਲ ਤੇ ਮਹਿਸੂਸਮੈਂਟ ਦੀ ਹੈ। ਚਲੇ ਤੇ ਮਹਿਸੂਸ ਕਰਨ ਤੋਂ ਬਾਅਦ ਡਾਕੂਮੈਂਟ ਦੇ ਗਵਰਨਮੈਂਟ ਡਾਕੂਮੈਂਟ ਵੇਖਣੇ ਨੇ ਕਿ ਡਾਕੂਮੈਂਟਸ ਤੇ ਮਰਦ ਹੈ ਔਰਤ ਹੈ, ਸੋ ਜੋ ਡਾਕੂਮੈਂਟਸ ਕਹੇਗਾ ਉਹਨਾਂ ਦੀ ਉਹੀ ਹੈ। ਅੱਗੇ ਤੁਸੀਂ ਭਾਵੇਂ ਲੱਕੜ ਖਿਲਾਰ ਦਵੋ, ਸਹੀ ਮਤਲਬ ਉਹਨਾਂ ਜਿੰਸ ਨਹੀਂ ਪੁੱਛਣੀ, ਉਹਨਾਂ ਇਹ ਥੋੜਾ ਕਹਿਣਾ ਹੈ ਕਿ ਚਲੋ ਤੁਹਾਡੇ ਮੈਡੀਕਲ ਐਗਜ਼ਾਮਨ ਹੋਏਗਾ ਨਾ। ਸੋ ਇਹਦਾ ਮਤਲਬ ਹੈ ਜਾਇਦਾਦ ਜਿਹੜੀ ਹੈ ਉਹ ਫਿਰ ਅਗਰ ਪਾਕਿਸਤਾਨ ਦੇ ਵਿੱਚ ਰਿਵਾਜ ਹੈ ਕਿ ਮੁੰਡਿਆਂ ਨੂੰ ਜਾਇਦਾਦ ਦਿੱਤੀ ਜਾਂਦੀ, ਕੁੜੀਆਂ ਨੂੰ ਦਿੱਤੀ ਕਿਉਂ ਨਹੀਂ ਜਾਂਦੀ? ਪਾਕਿਸਤਾਨੀ ਕ੍ਰਿਸਚਨ ਦੀ ਗੱਲ ਕਰ ਰਿਹਾ ਮੈਂ ਜੀ। ਬਹੁਤ ਸੇ ਐਸੇ ਕ੍ਰਿਸਚਨ ਫੈਮਿਲੀ ਜਿਹੜੀ ਦਿੰਦੀਆਂ ਨੇ, ਲੇਕਿਨ ਮੋਸਟ ਆਫ ਦ ਕ੍ਰਿਸਚਨ ਫੈਮਿਲੀਜ਼ ਨਹੀਂ ਦਿੰਦੀਆਂ, ਤੇ ਫਿਰ ਉਹਨਾਂ ਦਾ ਇਹ ਜਿਹੜਾ ਰੱਦੇ ਅਮਲ ਹੋਏਗਾ ਉਹ ਵੀ ਖਤਰਨਾਕ ਹੋਏਗਾ। ਉਹਦੇ ਲਈ ਮੁਆਸ਼ਰਤੀ ਬੇਸ਼ੁਮਾਰ ਝਗੜੇ ਜਿਹੜੇ ਨੇ ਉਹ ਖਾਨਦਾਨਾਂ 'ਚ ਪੈਦਾ ਹੋ ਜਾਏਗਾ। ਮੈਂ ਤੁਹਾਨੂੰ ਸਿਰਫ ਬਿਬਲੀਕਲ ਲਾਅ ਦੀ ਗੱਲ ਦੱਸੀ ਹੈ, ਜਿਹੜਾ ਮੈਨੂੰ ਤਹਫੁਜ਼ਾਤ ਸਨ, ਮੈਂ ਉਹਨਾਂ ਤਹਫੁਜ਼ਾਤ ਦੇ ਉੱਤੇ ਗੱਲ ਕਰ ਰਿਹਾ। ਤੇ ਬਾਕੀ ਬਿੱਲ ਜਿਹੜਾ ਹੈ ਉਹ ਸਾਰੇ ਚਰਚਿਸ ਮੌਜੂਦ ਨੇ, ਮੈਂ ਸਾਰੇ ਚਰਚਿਸ ਨੂੰ ਕਹਾਂਗਾ ਇਹਨੂੰ ਰਿਵਿਊ ਕਰੋ, ਇਹਨੂੰ ਦੇਖੋ। ਬਾਕੀ ਨਾ ਤੇ ਕੋਈ ਫਾਰਮਲ ਔਰ ਨਾ ਕੋਈ ਨਾਨ ਫਾਰਮਲ ਚਰਚ ਜਿਹੜਾ ਹੈ ਉਹ ਇਹਦੇ ਤੇ ਗੱਲ ਕਰ ਰਿਹਾ ਔਰ ਸਿਰਫ ਚਰਚ ਆਫ ਪੈਂਟੀਕੋਸਟ ਜਿਹੜਾ ਹੈ ਉਹ ਇਹਦੇ ਤੇ ਗੱਲ ਕਰ ਰਿਹਾ। ਇਹਦੀ ਕੋਈ ਖਾਸ ਵਜ੍ਹਾ? ਸਰ ਦੇਖੋ, ਮੇਰਾ ਕੰਮ ਸੀ ਇਨਫੋਰਮੇਸ਼ਨ ਦੇਣਾ। ਮੈਂ ਆਪਣੇ ਚਰਚ ਨੂੰ ਅਵੇਅਰ ਕੀਤਾ ਹੈ। ਇਸ ਵਕਤ ਸਾਡੇ ਨਾਲ ਕੋਈ 50 ਤੋਂ ਜ਼ਿਆਦਾ ਪਾਸਬਾਨ ਨੇ ਜਿਹੜੇ ਸਾਡੇ ਚਰਚ ਦੇ ਨਾਲ ਕੰਮ ਕਰ ਰਹੇ ਨੇ। ਸਰਟੀਫਿਕੇਟ ਅਸੀਂ ਗਵਰਨਮੈਂਟ ਦਾ ਲੈ ਕੇ ਉਹ ਅੱਗੇ ਇਸਤੇਮਾਲ ਕਰ ਰਿਹਾ। ਕੱਲ੍ਹ ਨੂੰ ਇਹਨਾਂ 50 ਪਾਦਰੀਆਂ ਨੂੰ ਫੇਸ ਕਰਨਾ ਪਏਗਾ, ਇਸ ਲਈ ਜੋ ਕੱਲ੍ਹ ਨੂੰ ਉਹਨਾਂ ਨੂੰ ਫੇਸ ਕਰਨਾ ਪਏਗਾ ਅੱਜ ਮੈਂ ਉਹਦੀ ਅਵੇਅਰਨੈਸ ਦੇਣਾ ਸ਼ੁਰੂ ਕਰਾਂਗਾ ਤਾਂ ਕਿ ਇਹ ਜਿਹੜਾ ਸਿਲਸਿਲਾ ਹੈ ਇਹ ਬਾਕੀ ਚਰਚਾਂ ਤੱਕ ਵੀ ਜਾਏ, ਚਰਚ ਇਹਦੇ ਤੇ ਅਵੇਅਰਨੈਸ ਹਾਸਲ ਕਰੇ ਤਾਂ ਕਿ ਚਰਚ ਹੀ ਖੜਾ ਹੋਏਗਾ ਤੇ ਤਾਂ ਹੀ ਇਹਨਾਂ ਕਵਾਨੀਨ ਦੇ ਵਿੱਚ ਅਮੈਂਡਮੈਂਟਸ ਵੀ ਹੋ ਸਕਦੀ ਹੈ। ਬਾਕੀ ਅਸੀਂ ਜਿਹੜਾ ਚਰਚ ਹੈ ਉਹ ਖਾਜਾ ਸਰਾ ਦੇ ਰਾਈਟਸ ਦੇ ਨਾਲ ਉਹਨਾਂ ਦੇ ਨਾਲ ਮੁਤਫਿਕ ਹੈ, ਉਹਨਾਂ ਨੂੰ ਰਾਈਟਸ ਦੇਣੇ ਚਾਹੀਦੇ ਨੇ, ਲੇਕਿਨ ਇੰਜ ਦਾ ਬਿੱਲ ਜਿਹੜਾ ਹੈ ਇਹਦੇ ਨਾਲ ਅਸੀਂ ਕਮ ਅਜ਼ ਕਮ ਮੁਤਫਿਕ ਨਹੀਂ। ਨਾਜ਼ਰੀਨ, ਤੁਸੀਂ ਡਾਕਟਰ ਜਮੀਲ ਨਾਸਰ ਸਾਹਿਬ ਦੀ ਜਿਹੜੇ ਕਿ ਚਰਚ ਆਫ ਪੈਂਟੀਕੋਸਟ ਲਾਹੌਰ ਦੇ ਜਿਹੜੇ ਨੇ ਹੈਡ ਵੀ ਨੇ ਔਰ ਇਹਨਾਂ ਦੇ ਨਾਲ ਇਹਨਾਂ ਨੇ ਦੱਸਿਆ ਕਿ 50 ਤੋਂ ਜ਼ਿਆਦਾ ਜਿਹੜੇ ਪਾਸਟਰਸ ਨੇ ਉਹ ਕੰਮ ਕਰਦੇ ਨੇ ਤੇ ਗੱਲ ਉਹਨਾਂ ਦੀ ਠੀਕ ਹੈ ਕਿਸੇ ਹੱਦ ਤੱਕ ਕਿ ਇਹ ਗੱਲ ਜਿਹੜਾ ਹੈ ਇਸਤੇਮਾਲ ਇਹਦਾ ਕੀ ਬਾਅਦ ਦੇ ਵਿੱਚ ਹੋ ਸਕਦਾ, ਲੇਕਿਨ ਜਿਹੜਾ ਉਹਨਾਂ ਦਾ ਸਟੈਂਸ ਹੈ ਕਿ ਚਰਚ ਜਿਹੜਾ ਹੈ ਉਹ ਇਹਨਾਂ ਦੀਆਂ ਸ਼ਾਦੀਆਂ ਨਹੀਂ ਕਰਾ ਸਕਦਾ। ਜਿਸ ਤਰ੍ਹਾਂ ਕੋਈ ਲੜਕਾ ਜਿਹੜਾ ਉਹ ਲੜਕੀ ਫੀਲ ਕਰ ਰਿਹਾ ਔਰ ਕੋਈ ਦੂਸਰੇ ਲੜਕੇ ਦੇ ਨਾਲ ਸ਼ਾਦੀ ਕਰਨਾ ਚਾਹ ਰਿਹਾ, ਜਾਂ ਕੋਈ ਲੜਕੀ ਜਿਹੜੀ ਲੜਕਾ ਫੀਲ ਕਰ ਰਹੀ ਹੈ ਔਰ ਕਿਸੇ ਦੂਸਰੀ ਲੜਕੀ ਨਾਲ ਸ਼ਾਦੀ ਕਰਨਾ ਚਾਹ ਰਹੀ ਹੈ, ਤੇ ਚਰਚ ਦਾ ਸਿਰਫ ਇੱਕ ਹੀ ਸਟੈਂਸ ਹੈ ਕਿ ਉਹ ਬਾਈਬਲ ਦੇ ਅਗੇਂਸਟ ਜਾ ਕੇ ਉਸ ਕਾਨੂੰਨੀ ਇਖਤਿਆਰ ਦਾ ਨਾਜਾਇਜ਼ ਇਸਤੇਮਾਲ ਰੋਕਣਾ ਚਾਹੁੰਦਾ ਹੈ ਜਿਹਨੂੰ ਅਸੀਂ ਵਿਆਹ ਆਖਦੇ ਹਾਂ। ਕਿਉਂਕਿ ਬਾਈਬਲ ਮੁਕੱਦਸ ਦੇ ਵਿੱਚ ਲਿਖਿਆ ਹੈ ਕਿ ਵਿਆਹ ਕਰਨਾ ਸਾਰਿਆਂ 'ਚ ਇੱਜ਼ਤ ਦੀ ਗੱਲ ਸਮਝੀ ਜਾਏ, ਲੇਕਿਨ ਅਗਰ ਇੱਕ ਲੜਕਾ ਲੜਕੇ ਨਾਲ ਔਰ ਇੱਕ ਲੜਕੀ ਲੜਕੀ ਨਾਲ ਸ਼ਾਦੀ ਕਰਦੀ ਹੈ ਤੇ ਇਹ ਸਾਰਿਆਂ ਵਾਸਤੇ ਔਰ ਖ਼ਾਸ ਤੌਰ ਤੇ ਉਸ ਜੋੜੇ ਵਾਸਤੇ ਵੀ ਕੋਈ ਇੱਜ਼ਤ ਵਾਲੀ ਗੱਲ ਜਿਹੜੀ ਹੈ ਮੁਆਸ਼ਰੇ ਦੇ ਵਿੱਚ ਨਹੀਂ ਹੋਏਗੀ ਔਰ ਇਹਦੇ ਨਾਲ ਜਿਹੜੀਆਂ ਮੁਆਸ਼ਰਤੀ ਵਿਗਾੜ ਤੇ ਪੈਦਾ ਹੋ ਹੀ ਰਿਹਾ ਹੈ। ਲੇਕਿਨ ਨਾਲ ਹੀ ਨਾਲ ਜਿਹੜੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਘਰਾਂ ਦੇ ਆਪਣੇ ਅੰਦਰ ਜਿਹੜੀਆਂ ਫੈਮਿਲੀ ਜਿਹੜੀਆਂ ਨੇ ਉਹ ਟੁੱਟਣ ਦੇ ਟੱਬਰ ਜਿਹੜੇ ਨੇ ਟੁੱਟ ਜਾਣਗੇ ਔਰ ਲੜਾਈਆਂ ਹੋਣਗੀਆਂ ਔਰ ਇਹਦੇ ਨਾਲ ਜਿਹੜਾ ਮਸਲਾ ਹੈ ਹੱਲ ਹੋਣ ਦੀ ਬਜਾਏ ਵੱਧ ਜਾਏਗਾ। ਅਗਰ ਅਸੀਂ ਇਹਨਾਂ ਦੇ ਦਿੱਤੇ ਹੋਏ ਫਿਗਰਸ ਨੂੰ ਵੇਖੀਏ ਜਿਹੜੇ ਕਿ ਸਰਕਾਰੀ ਫਿਗਰ ਨੇ, ਅਗਰ ਵੇਖੀਏ ਤਾਂ ਸਾਡੇ ਕੋਲ ਸਿਰਫ 9 ਐਸੇ ਲੋਕ ਨੇ ਜਿਹੜੇ ਕਿ ਪ੍ਰੋਪਰ ਖਾਜਾ ਸਰਾ ਨੇ ਔਰ ਉਹਨਾਂ ਨੇ ਆਪਣੀ ਜਿਹੜਾ ਹੈ ਉਹ ਉੱਥੇ ਜਾ ਕੇ ਤੇ ਉਹਦੇ ਅੱਗੇ ਉਸ ਕਾਨੂੰਨ ਦਾ ਫਾਇਦਾ ਉਹਨਾਂ ਨੇ ਉਠਾਇਆ, ਆਪਣੀ ਜਿਹੜੀ ਜਿੰਸ ਹੈ ਉਹਨੂੰ ਡਿਟਰਮਨ ਕਰਾਇਆ। ਬਾਕੀ ਜਿਹੜੇ ਲੋਕ ਨੇ ਉਹਨਾਂ ਸਾਰਿਆਂ ਨੇ ਉਹ ਹਾਲਾਂਕਿ ਉਹ ਇਸ ਕੈਟਾਗਰੀ 'ਚ ਫਾਲ ਨਹੀਂ ਕਰਦੇ, ਲੇਕਿਨ ਉਹਨਾਂ ਨੇ ਇਹਦਾ ਫਾਇਦਾ ਉਠਾਇਆ ਹੈ। ਇਹਦੇ ਜਿਹੜੇ ਕਾਨੂੰਨੀ ਜਾਂ ਜਿਹੜੇ ਮੁਆਸ਼ਰਤੀ ਜਿੰਨੇ ਵੀ ਇਹਦੇ ਅਸਰਾਤ ਹੋਣਗੇ ਅਸੀਂ ਉਹਨਾਂ ਤੇ ਗੱਲ ਨਹੀਂ ਕਰ ਰਹੇ, ਲੇਕਿਨ ਅਗਰ ਚਰਚ ਜਿਹੜਾ ਹੈ ਉਹ ਇਸ ਸਟੈਂਸ ਤੇ ਖੜਾ ਹੈ ਔਰ ਖਾਸ ਤੌਰ ਤੇ ਇਸ ਇੱਕ ਖਾਸ ਸ਼ਿਕ ਦੇ ਉੱਤੇ ਗੱਲ ਕਰਦਾ ਹੈ ਜਿਹਦੇ 'ਚ ਕਿਸੇ ਦਾ ਜੋ ਤਸੱਵਰ ਹੈ, ਜੋ ਕਿਸੇ ਨੂੰ ਲੱਗਦਾ ਹੈ, ਜੋ ਕਿਸੇ ਦੀ ਮਹਿਸੂਸਮੈਂਟ ਹੈ, ਅਗਰ ਉਹਦੇ ਤੇ ਫੈਸਲੇ ਕਰਨ ਲੱਗ ਪਏਗਾ ਤੇ ਇਹਦੇ ਨਾਲ ਨਾ ਸਿਰਫ ਚਰਚ ਬਲਕਿ ਬਾਕੀ ਮਜ਼ਾਹਬ ਦੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਵੀ ਮੁਸ਼ਕਿਲ ਹੋ ਜਾਏਗੀ। ਮੈਂ ਚਾਹੁੰਦਾ ਵਾਂ ਸਿਆਸੀ ਪਾਰਟੀਆਂ ਵੀ ਔਰ ਖਾਸ ਤੌਰ ਤੇ ਮਸੀਹ ਕਾਇਦੀਨ ਜਿਹੜੇ ਨੇ ਉਹ ਪ੍ਰੋਵਿੰਸ਼ੀਅਲ ਅਸੈਂਬਲੀਜ਼ ਦੇ ਵਿੱਚ ਨੇ, ਨੈਸ਼ਨਲ ਅਸੈਂਬਲੀਜ਼ ਦੇ ਵਿੱਚ ਨੇ, ਉਹ ਇਹਦੇ ਤੇ ਗੱਲਬਾਤ ਵੀ ਕਰਨ ਔਰ ਇਸ ਗੱਲ ਨੂੰ ਜਿਹੜਾ ਹੈ ਉਹ ਵਧਾਵਾ ਦੇਣ ਕਿ ਚਰਚ ਜਿਹੜਾ ਹੈ ਉਹਨੂੰ ਇਹਦੇ ਤੋਂ ਬਚਾਇਆ ਜਾ ਸਕੇ। ਔਰ ਦੂਸਰੀ ਗੱਲ ਮੈਂ ਆਖਰ ਤੇ ਇਹ ਗੱਲ ਜ਼ਰੂਰ ਕਹਾਂਗਾ ਕਿ ਆਪਣੇ ਆਪਣੇ ਘਰਾਂ ਨੂੰ ਮਹਿਫੂਜ਼ ਰੱਖਣ ਦਾ ਇੱਕ ਤਰੀਕਾ ਇਹ ਵੀ ਹੈ ਕਿ ਜਦੋਂ ਕੋਈ ਖਰਾਬੀ ਹਾਲੇ ਪੈਦਾ ਹੀ ਹੋ ਰਹੀ ਹੋਵੇ ਉਹ 'ਤੇ ਆਵਾਜ਼ ਉਠਾਓ, ਤੇ ਇਸ ਤੋਂ ਪਹਿਲਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਉਹ ਬਹੁਤ ਘੱਟ ਰਹਿ ਜਾਏ ਔਰ ਕੋਈ ਵੀ ਨਾ ਸੁਣੇ। ਸੋ ਟਰਾਂਸਜੈਂਡਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਡਾਕਟਰ ਜਮੀਲ ਨਾਸਰ ਨੇ ਕਿ ਉਹ ਟਰਾਂਸਜੈਂਡਰ ਦੇ ਖਿਲਾਫ ਨਹੀਂ, ਉਹ ਖੁਸਰੇ ਦੇ ਖਿਲਾਫ ਨਹੀਂ, ਉਹ ਖਾਜਾ ਸਰਾ ਦੇ ਖਿਲਾਫ ਨਹੀਂ, ਬਲਕਿ ਖਾਜਾ ਸਰਾ ਦੇ ਇਸ ਬਿੱਲ ਨੂੰ ਜਿਹੜਾ ਨਜਾਇਜ਼ ਤਰੀਕੇ ਨਾਲ ਇਸਤੇਮਾਲ ਕਰਨ ਦਾ ਇੱਕ ਸ਼ਿਕ ਹੈ ਉਹਨੂੰ ਉਹਦੇ ਖਿਲਾਫ ਨੇ। ਇਹ ਮੇਰਾ ਖਿਆਲ ਇਹ ਗੱਲ ਜਾਇਜ਼ ਵੀ ਹੈ, ਠੀਕ ਵੀ ਹੈ ਔਰ ਕਾਬਲੇ ਅਮਲ ਵੀ ਹੈ। ਸਾਨੂੰ ਖੁਦਾ ਤੌਫੀਕ ਦੇਵੇ ਕਿ ਅਸੀਂ ਜਿਹੜਾ ਈਮਾਨ ਔਰ ਆਪਣਾ ਮੁਆਸ਼ਰਾ
ਇਹਦੇ ਮੁਤਾਬਕ ਜਿਹੜਾ ਹੈ ਉਹ ਆਪਣੀਆਂ ਜ਼ਾਤੀ ਖਾਹਿਸ਼ਾਤ ਉਹਦੇ ਤਾਬੇ ਰੱਖੀਏ। ਅੱਜ ਦੀ ਗੱਲ ਨੂੰ ਇੱਥੇ ਮੁਕਾਉਂਦੇ ਹਾਂ। ਰੱਬ ਰਾਖਾ।